ਪੰਜਾਬ ਦੀ ਗਲੀ ਗਲੀ ਦੇ ਅੰਦਰ ਨਸ਼ਾ ਵਿਕ ਰਿਹਾ ਹੈ। ਜਿਵੇਂ ਕਰਿਆਨੇ ਦੀ ਦੁਕਾਨਾਂ ਨੇ ਉਸੇ ਤਰ੍ਹਾਂ ਹੀ ਨਸ਼ਾ ਵਿਕ ਰਿਹਾ ਹੈ। सरहदों पार ਜਿਹੜੀ ਇਨਫਿਲਟ੍ਰੇਸ਼ਨ ਹੋ ਰਹੀ ਹੈ ਜਾਂ ਨਸ਼ੇ ਦੀ ਸਮਗਲਿੰਗ ਹੈ, ਹਥਿਆਰ ਵਗੈਰਾ ਭੇਜੇ ਜਾਂਦੇ ਨੇ, ਨਾਰਕੋ ਟੈਰਰਿਜ਼ਮ ਫੈਲਾਇਆ ਜਾ ਰਿਹਾ ਹੈ। ਸੋ ਜਦੋਂ ਇੰਨੇ ਸੀਰੀਅਸ ਨੇ ਤਾਂ ਫਿਰ ਸਟੇਟ ਗਵਰਨਮੈਂਟ ਦੇ ਨਾਲ ਤਾਲਮੇਲ ਕਿਉਂ ਨਹੀਂ ਨਜ਼ਰ ਆ ਰਿਹਾ? ਕਿ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਦੀ ਸਰਕਾਰ ਸਾਂਭੀ ਨਹੀਂ ਜਾ ਰਹੀ। ਡੇ ਟੂ ਡੇ ਫੰਕਸ਼ਨਿੰਗ ਦੇ ਵਿੱਚ ਇਹ ਗਵਰਨਰ ਦੀ ਇਨਵੋਲਵਮੈਂਟ ਜਾਂ ਭੂਮਿਕਾ, ਉਹਨਾਂ ਦਾ ਇੰਟਰਫੇਰੈਂਸ ਬਿਲਕੁਲ ਅਨਕਾਲਡ ਫॉर ਹੈ। ਸਿਰਫ ਇਹ ਕਹਿਣ ਦੇ ਨਾਲ ਕਿ ਪੰਜਾਬ ਦੇ ਵਿੱਚ ਘਰ ਘਰ ਨਸ਼ਾ ਵਿਕਦਾ ਹੈ, ਕਿਰਾਨੇ ਦੀ ਦੁਕਾਨਾਂ ਖੁੱਲ ਚੁੱਕੀਆਂ ਨੇ ਨਸ਼ੇ ਦੀਆਂ, ਇਹ ਕਹਿ ਦੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਪੰਜਾਬ ਗਵਰਨਰ ਨੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਦੇ ਹੋਏ ਵੱਡੀ ਬਿਆਨਬਾਜ਼ੀ ਕੀਤੀ ਹੈ। ਉਹਨਾਂ ਨੇ ਕਿਹਾ ਵੀ ਪੰਜਾਬ ਦੀ ਗਲੀ ਗਲੀ ਦੇ ਅੰਦਰ ਨਸ਼ਾ ਵਿਕ ਰਿਹਾ ਹੈ। ਜਿਵੇਂ ਕਰਿਆਨੇ ਦੀ ਦੁਕਾਨਾਂ ਨੇ ਉਸੇ ਤਰ੍ਹਾਂ ਹੀ ਨਸ਼ਾ ਲੈ ਰਹੇ ਨੇ ਲੋਕ, ਉਸੇ ਤਰ੍ਹਾਂ ਹੀ ਨਸ਼ਾ ਉਹਨਾਂ ਵਾਸਤੇ ਉਪਲਬਧ ਹੈ। ਇੱਥੋਂ ਤੱਕ ਕਿ ਗਵਰਨਰ ਨੇ ਇਹ ਗੱਲ ਵੀ ਕਹੀ ਹੈ ਵੀ ਪੰਜਾਬ ਪੁਲਿਸ ਜਿਨ੍ਹਾਂ ਦਾ ਕੰਮ ਹੈ ਨਸ਼ੇ ਨੂੰ ਕਾਬੂ ਕਰਨਾ, ਵੀ ਨਸ਼ਾ ਨਾ ਵਿਕੇ, ਉਹਨਾਂ ਦੇ ਆਪ ਦੇ ਮੁਲਾਜ਼ਮ ਵੀ ਨਸ਼ੇ ਦਾ ਸ਼ਿਕਾਰ ਹੋ ਚੁੱਕੇ ਨੇ, ਵੀ ਸਥਿਤੀ ਇੱਥੋਂ ਤੱਕ ਖਰਾਬ ਹੋ ਚੁੱਕੀ ਹੈ। ਹਾਲਾਂਕਿ ਇਸ ਬਿਆਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਤਿੱਖੇ ਹਮਲੇ ਕੀਤੇ ਹੈ ਤੇ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਤੇ ਗਵਰਨਰ ਆਮੋ ਸਾਹਮਣੇ ਹੈ। ਅੱਜ ਇਸੀ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ ਤੇ ਮੇਰੇ ਨਾਲ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਪਿਛਲੇ ਕਾਫੀ ਟਾਈਮ ਤੋਂ ਪੰਜਾਬ ਸਰਕਾਰ ਤੇ ਗਵਰਨਰ ਆਮੋ ਸਾਹਮਣੇ ਨੇ ਵੱਖ-ਵੱਖ ਮੁੱਦਿਆਂ ਤੇ ਲੈ ਕੇ, ਤੇ ਹੁਣ ਇੱਕ ਨਵਾਂ ਮੁੱਦਾ ਉੱਠਦਾ ਜਾਂ ਇੱਕ ਨਵਾਂ ਵਿਵਾਦ ਵਿਚਕਾਰ ਦੋਨਾਂ ਦੇ ਉੱਭਰਦਾ ਨਜ਼ਰ ਆ ਰਿਹਾ ਹੈ। ਜਦੋਂ ਉਹਨਾਂ ਨੇ ਦੌਰਾ ਕੀਤਾ ਤੇ ਉਹਨਾਂ ਨੇ ਕਿਹਾ ਵੀ ਨਸ਼ਾ ਤਾਂ ਸ਼ਰੇਆਮ ਵਿਕ ਰਿਹਾ ਹੈਗਾ। ਜਿਹੜੇ ਦਾਅਵੇ ਸਰਕਾਰ ਕਰਦੀ ਆਈ ਹੈ ਟਾਈਮ ਟੂ ਟਾਈਮ ਆਮ ਆਦਮੀ ਪਾਰਟੀ ਸਰਕਾਰ, ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਢਾਹ ਲਾਈ ਹੈ। ਦੇਖੋ ਸ਼ੁਭਕਰਮਨ, ਪੰਜਾਬ ਦੇ ਜਿਹੜੇ ਰਾਜਪਾਲ ਨੇ ਬਨਵਾਰੀ ਲਾਲ ਪੁਰੋਹਿਤ, ਉਹਨਾਂ ਦਾ ਜਿਹੜਾ ਸਟੈਂਡ ਹੈ ਜਾਂ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ, ਉਹਨਾਂ ਦਾ ਜਿਹੜਾ ਹਾਈਪਰ ਓਵਰ ਐਕਟਿਵਿਜ਼ਮ ਹੈ, ਇਹ ਚਿੰਤਾ ਦਾ ਕਾਰਨ ਹੈ। ਕਿਉਂਕਿ ਦੇਸ਼ ਦਾ ਜਿਹੜਾ ਸੰਵਿਧਾਨਿਕ ਢਾਂਚਾ ਹੈ ਉਸ ਦੇ ਵਿੱਚ ਗਵਰਨਰ ਦੀ ਇੱਕ ਭੂਮਿਕਾ ਹੈ, ਉਹਦੀ ਇੱਕ ਪੋਜੀਸ਼ਨ ਹੈ ਤੇ ਉਸਦਾ ਇੱਕ ਰੋਲ ਹੈ। ਆਪਣੇ ਨਿਰਧਾਰਿਤ ਰੋਲ ਤੋਂ ਅੱਗੇ ਵੱਧ ਕੇ ਗਵਰਨਰ ਆਪਣੀ ਬਰੀਫ ਨੂੰ ਵੀ ਐਕਸੀਡ ਕਰ ਰਹੇ ਨੇ, ਆਪਣੀ ਭੂਮਿਕਾ ਤੋਂ ਵੀ ਜ਼ਰੂਰਤ ਨਾਲੋਂ ਜ਼ਿਆਦਾ ਐਕਟਿਵ ਨੇ। ਕਿਤੇ ਨਾ ਕਿਤੇ ਇਹ ਜਿਹੜਾ ਪ੍ਰਭਾਵ ਪਿਛਲੇ 1 ਸਾਲ ਦੀ ਪੂਰੇ ਜਿਹੜੇ ਆਪਣਾ ਆਮ ਆਦਮੀ ਪਾਰਟੀ ਦਾ ਜਿਹੜਾ ਕਾਰਜਕਾਲ ਗਿਆ ਹੈ, ਇਸ ਵਿੱਚ ਇਹ ਕਲੀਅਰ ਹੋਇਆ ਕਿ ਰਾਜਪਾਲ ਜਿਹੜੇ ਪੰਜਾਬ ਦੇ ਨੇ, ਉਹਨਾਂ ਨੇ ਹਰ ਮੌਕੇ ਉੱਤੇ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਬਿਆਨ ਦਿੱਤੇ ਨੇ। ਉਹਨਾਂ ਨੇ ਅਜਿਹੀਆਂ ਮੀਟਿੰਗਾਂ, ਜਿਵੇਂ ਆਹ ਸਰਹੱਦੀ ਬਾਰਡਰ ਇਲਾਕਿਆਂ ਦੇ ਵਿੱਚ ਅਧਿਕਾਰੀਆਂ ਨਾਲ, ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਏਗਾ ਉਹ ਗਏ ਸੀ, ਉਹਨਾਂ ਨੇ ਕਈ ਮੀਟਿੰਗਾਂ ਲਈਆਂ ਤੇ ਇੱਕ ਮੀਟਿੰਗ ਦੇ ਵਿੱਚ ਤਾਂ ਉਹਨਾਂ ਦੇ ਨਾਲ ਖੁਦ ਮੁੱਖ ਮੰਤਰੀ ਮੌਜੂਦ ਰਹੇ। ਕਈ ਮੀਟਿੰਗਾਂ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕੇ ਦੇ ਇਲਾਕੇ ਦੇ ਵਿੱਚ ਬੈਠਕਾਂ ਹੁੰਦੀਆਂ ਨੇ। ਇਕੱਠੀ ਸਾਂਝੀ ਪ੍ਰੈਸ ਕਾਨਫਰੰਸ ਨੂੰ ਭਗਵੰਤ ਮਾਨ ਤੇ ਬਨਵਾਰੀ ਲਾਲ ਪੁਰੋਹਿਤ ਐਡਰੈਸ ਕਰਦੇ ਨੇ। ਲੇਕਿਨ ਉਸ ਵਕਤ ਤੱਕ ਇਹ ਅੰਦਾਜ਼ਾ ਨਹੀਂ ਸੀ ਕਿ ਜਿਹੜੇ ਰਾਜਪਾਲ ਨੇ ਇਹ ਇੰਨੇ ਹਾਈਪਰ ਹੋ ਜਾਣਗੇ, ਐਡੇ ਓਵਰ ਐਕਟਿਵ ਹੋਣਗੇ। ਹਾਲਾਂਕਿ ਰਾਜਪਾਲ ਦਾ ਓਵਰ ਐਕਟਿਵ ਹੋਣਾ ਆਪਣੇ ਆਪ ਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ, ਕਿਉਂਕਿ ਬੇਸਿਕਲੀ ਉਹ ਤਾਂ ਹੈਡ ਆਫ ਸਟੇਟ ਨੇ। ਲੇਕਿਨ ਸੰਵਿਧਾਨ, ਇੱਕ ਚੁਣੀ ਹੋਈ ਸਰਕਾਰ, ਉਹ ਸਰਕਾਰ ਕਿਹੜੀ ਪਾਰਟੀ ਦੀ ਹੈ, ਉਸ ਦਾ ਕਿਹੜਾ ਮੁੱਖ ਮੰਤਰੀ ਹੈ, ਉਸ ਮੁੱਖ ਮੰਤਰੀ ਨੂੰ ਹੀ ਐਗਜ਼ੈਕਟਿਵ ਹੈਡ ਮੰਨਿਆ ਜਾਂਦਾ ਤੇ ਉਹੀ ਐਗਜ਼ੈਕਟਿਵ ਹੈਡ ਹੁੰਦਾ ਹੈ। ਤਾਂ ਫਿਗਰ ਹੈਡ ਕਿਉਂ ਓਵਰ ਐਕਟਿਵ ਹੋ ਕੇ ਹਰ ਕੰਮ ਦੇ ਵਿੱਚ ਆਪਣੀ ਨਾ ਸਿਰਫ ਗੱਲਬਾਤ ਕਹਿ ਰਿਹਾ, ਟਿੱਪਣੀ ਕਹਿ ਰਿਹਾ, ਲੇਕਿਨ ਇਹਦੇ ਨਾਲ ਇੱਕ ਸੁਨੇਹੇ ਮੈਸੇਜ ਵੀ ਜਾ ਰਹੇ ਨੇ। ਤੇ ਫਿਰ ਉਹੀ ਗਵਰਨਰ ਜਿਹੜੇ ਦੇ ਬਿਆਨਾਂ ਨੂੰ ਕੋਟ ਕਰਕੇ ਜਾਂ ਉਸਨੂੰ ਇੱਕ ਹਵਾਲਾ ਬਣਾ ਕੇ ਵਿਰੋਧੀ ਧਿਰਾਂ ਜਿਹੜੇ ਨਿਸ਼ਾਨੇ ਸਰਕਾਰ ਉੱਤੇ ਲਾ ਰਹੀਆਂ ਨੇ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਸਟੇਟ ਆਫ ਅਫੇਅਰਸ ਹੈ ਜੋ ਕਿ ਸ਼ਾਇਦ ਮੈਨੂੰ ਲੱਗਦਾ ਕਿਸੇ ਹੋਰ ਸੂਬੇ ਦੇ ਵਿੱਚ ਇਸ ਤਰੀਕੇ ਦੀ ਤਲਖੀ ਕਦੇ ਨਹੀਂ ਦਿਸਦੀ ਹੋਏਗੀ। ਸੂਬਾ ਸਰਕਾਰ ਤੇ ਗਵਰਨਰ ਦੇ ਵਿੱਚ ਦੀ, ਉਹ ਵੀ ਬਾਰਡਰ ਸਟੇਟ ਪੰਜਾਬ ਹੈ। ਆਪਾਂ ਇਸ ਨੂੰ ਮੰਨਦੇ ਹਾਂ ਵੀ ਬਹੁਤ ਸੰਵੇਦਨਸ਼ੀਲ ਇਲਾਕਾ ਹੈ ਤੇ ਜਿਹੜੀ ਸਰਕਾਰ ਹੈਗੀ ਹੈ, ਮਤਲਬ ਗਵਰਨਮੈਂਟ ਹੈਗੀ ਹੈ, ਗਵਰਨਮੈਂਟ ਆਫ ਇੰਡੀਆ, ਉਹ ਹਮੇਸ਼ਾ ਕਹਿੰਦੀ ਰਹੀ ਕਿ ਅਸੀਂ ਬੜੇ ਜ਼ਿਆਦਾ ਚਿੰਤਿਤ ਹੈ, ਅਸੀਂ ਬੜੇ ਜ਼ਿਆਦਾ ਸੁਹਿਰਦ ਹਾਂ ਬਾਰਡਰ ਸਟੇਟ ਦੇ ਵਿੱਚ ਅਮਨ ਅਮਾਨ ਦੀ ਸਥਿਤੀ ਕਾਇਮ ਰਹੇ। ਸਰਹੱਦੋਂ ਪਾਰ ਜਿਹੜੀ ਇਨਫਿਲਟ੍ਰੇਸ਼ਨ ਹੋ ਰਹੀ ਹੈ ਜਾਂ ਨਸ਼ੇ ਦੀ ਸਮਗਲਿੰਗ ਹੈ, ਹਥਿਆਰ ਵਗੈਰਾ ਭੇਜੇ ਜਾਂਦੇ ਨੇ, ਨਾਰਕੋ ਟੈਰਰਿਜ਼ਮ ਫੈਲਾਇਆ ਜਾ ਰਿਹਾ ਹੈ। ਸੋ ਜਦੋਂ ਇੰਨੇ ਸੀਰੀਅਸ ਨੇ ਤਾਂ ਫਿਰ ਸਟੇਟ ਗਵਰਨਮੈਂਟ ਦੇ ਨਾਲ ਤਾਲਮੇਲ ਕਿਉਂ ਨਹੀਂ ਨਜ਼ਰ ਆ ਰਿਹਾ? ਈਵਨ ਗਵਰਨਰ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਰਾਜ ਭਵਨ ਹੈ, ਉੱਥੋਂ ਬੈਠ ਕੇ ਆਪਰੇਟ ਕਰਦੇ ਨੇ, ਤੇ ਉਹ ਜੇ ਇੱਕ ਮੁੱਖ ਮੰਤਰੀ ਦੇ ਨਾਲ ਆਪਣਾ ਰਾਬਤਾ ਸਹੀ ਤਰੀਕੇ ਦਾ ਕਾਇਮ ਨਹੀਂ ਕਰਨਗੇ ਤੇ ਮੀਡੀਆ ਦੇ ਜ਼ਰੀਏ, ਅਖਬਾਰਾਂ ਦੇ ਜ਼ਰੀਏ ਇੱਕ ਦੂਸਰੇ ਦੇ ਨਾਲ ਐਡਰੈਸ ਇੱਕ ਦੂਸਰੇ ਨੂੰ ਕੀਤਾ ਜਾ ਰਿਹਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ, ਕਮਿਊਨੀਕੇਸ਼ਨ ਬਿਠਾਇਆ ਜਾ ਰਿਹਾ ਹੈ। ਤੋਂ ਅੱਜ ਇੱਕ ਬਿਆਨ ਗਵਰਨਰ ਦਿੰਦੇ ਨੇ, ਫਿਰ ਆਮ ਆਦਮੀ ਪਾਰਟੀ ਦਿੰਦੀ ਹੈ, ਫਿਰ ਮੁੱਖ ਮੰਤਰੀ ਦਿੰਦੇ ਨੇ। ਸੋ ਇਹ ਤਾਂ ਇੱਕ ਬੜੀ ਹਾਸੋਹੀਣੀ ਜੀ ਸਥਿਤੀ ਬਣਾ ਕੇ ਰੱਖਦੀ ਹੈ। ਤੇ ਇਹ ਮੈਨੂੰ ਲੱਗਦਾ ਭਾਰਤ ਦੇ ਵਿੱਚ ਪਹਿਲਾ ਅਜਿਹਾ ਰਾਜ ਹੈ ਜਿਸ ਵਿੱਚ ਕਿ ਗਵਰਨਰ ਐਡਾ ਜ਼ਿਆਦਾ ਐਕਟਿਵ ਹੈ। ਦੇਖੋ, ਚੁਣੌਤੀਆਂ ਹੋਰ ਸਟੇਟਾਂ ਦੇ ਵਿੱਚ ਵੀ ਨੇ, ਤੇ ਇਹ ਨਸ਼ੇ ਦੀ ਸਮੱਸਿਆ, ਤਸਕਰੀ ਦਾ ਇਸ਼ੂ ਪਹਿਲਾਂ ਵੀ ਸੀਗਾ, ਇਸ ਤੋਂ ਪਹਿਲਾਂ ਦੇ ਵੀ ਰਾਜਪਾਲ ਰਹੇ ਨੇ,
ਕੈਪਟਨ ਅਮਰਿੰਦਰ ਸਿੰਘ ਦੀ ਵੀ ਸਰਕਾਰ ਸੀ, ਉਸ ਵਕਤ ਤਾਂ ਕਿਸੇ ਗਵਰਨਰ ਨੇ ਨੂੰ ਇੰਨੀ ਚਿੰਤਾ ਨਹੀਂ ਸੀ। ਕੇਂਦਰ ਦੇ ਵਿੱਚ ਉਹੀ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਸਰਕਾਰ ਸੀ ਤੇ ਅਮਿਤ ਸ਼ਾਹ ਵੀ ਇੱਕ ਮੋਹਰੀ ਭੂਮਿਕਾ ਦੇ ਵਿੱਚ 2019 ਤੋਂ ਬਾਅਦ ਲਾ ਲਈਏ ਉਹ ਹੋਮ ਮਿਨਿਸਟਰ ਦੇ ਰੂਪ ਵਿੱਚ ਕੰਮ ਕਰਦੇ ਰਹੇ ਨੇ। ਸੋ ਕੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਕੀ ਉਹਨਾਂ ਨੂੰ ਟਿਕਚਰ ਕਰਨ ਦੀ ਕੋਸ਼ਿਸ਼, ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਠੀਕ ਹੈ, ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਹੈਗੀਆਂ ਨੇ, ਲੇਕਿਨ ਉਹ ਓਵਰਨਾਈਟ ਕ੍ਰੀਏਟ ਨਹੀਂ ਹੋਈਆਂ, ਪਿਛਲੇ 1 ਸਾਲ ਦੀ ਸਮੱਸਿਆਵਾਂ ਕ੍ਰੀਏਟ ਨਹੀਂ ਹੋਈਆਂ ਨੇ, ਲੇਕਿਨ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ। ਹੁਣ ਅਕਸਰ ਜਿਹੜੇ ਚਿੰਤਕ ਨੇ ਇਹ ਦੋਸ਼ ਲਾ ਰਹੀ ਹੈ ਵੀ ਗਵਰਨਰ ਪੈਰਲਲ ਗਵਰਨਮੈਂਟ ਚਲਾਉਣ ਦੀ ਇੱਕ ਤਰ੍ਹਾਂ ਤੋਂ ਕੋਸ਼ਿਸ਼ ਕਰ ਰਿਹਾ ਆਪਣੀ ਅਥਾਰਟੀ ਤੋਂ, ਜਿਵੇਂ ਤੁਸੀਂ ਕਹਿ ਰਹੇ ਹੋ ਬਾਹਰ ਜਾ ਕੇ ਕਰ ਰਿਹਾ, ਪਰ ਗਵਰਨਰ ਇਹ ਗੱਲ ਕਹਿ ਰਿਹਾ ਵੀ ਮੈਂ ਕੋਈ ਡਮੀ ਗਵਰਨਰ ਨਹੀਂ ਹੈਗਾਗਾ, ਹਰ ਇੱਕ ਆਰਡਰ ਮੇਰੇ ਨਾਂ ਦੇ ਅੰਡਰ ਸਾਈਨ ਕੀਤਾ ਜਾਂਦਾ ਹੈ ਤੇ ਮੈਂ ਡਮੀ ਗਵਰਨਰ ਨਹੀਂ ਹੈਗਾ, ਮੈਂ ਚਿੰਤਾ ਜ਼ਾਹਿਰ ਕਰ ਰਿਹਾ ਵੀ ਇਹ ਸੂਬੇ ਦੇ ਹਾਲ ਨੇ। ਦੇਖੋ 3 ਦਰਜਨ ਰਾਜ ਹੈਗੇ ਨੇ ਤੇ ਯੂਨੀਅਨ ਟੈਰੀਟਰੀਜ਼ ਹੈਗੀਆਂ ਨੇ ਭਾਰਤ ਦੇ ਵਿੱਚ, ਸਭ ਦੇ ਗਵਰਨਰ ਤੇ ਲੈਫਟੀਨੈਂਟ ਗਵਰਨਰਸ ਨੇ, ਤੇ ਸਾਰੇ ਜੇ ਗਵਰਨਰ ਤੇ ਲੈਫਟੀਨੈਂਟ ਗਵਰਨਰ ਇਹੀ ਕੰਮ ਕਰਨੇ ਸ਼ੁਰੂ ਕਰ ਦੇਣ, ਇਹ ਦਿੱਲੀ ਨਹੀਂ ਹੈ, ਇਹਦੇ ਜਿਹੜਾ ਵਿਧਾਨ ਸਭਾ ਹੈਗੀ ਹੈ ਉਹ ਦਿੱਲੀ ਵਾਂਗ ਅੱਧੀ ਅਧੂਰੀ ਵਿਧਾਨ ਸਭਾ ਨਹੀਂ ਹੈ। ਸੋ ਇੱਥੇ ਸਥਿਤੀ ਨੂੰ ਸਮਝਣਾ ਪੈਣਾ ਹੈ। ਯੂਨੀਅਨ ਟੈਰੀਟਰੀ ਨਹੀਂ ਹੈ, ਇੱਕ ਸਟੇਟ ਹੈ ਜਿਸ ਦੀ ਚੁਣੀ ਹੋਈ ਸਰਕਾਰ ਹੈ। ਵਿਧਾਨ ਸਭਾ ਉਸ ਦੇ ਵਿੱਚ ਚੁਣ ਕੇ ਭੇਜੀ ਗਈ, ਜਿਸਨੇ ਆਪਣਾ ਲੀਡਰ ਚੁਣਿਆ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ। ਸੋ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਗੁਆਂਢੀ ਰਾਜ ਤੁਹਾਡੇ ਹਰਿਆਣੇ ਦੇ ਵਿੱਚ ਗਵਰਨਰ ਕਿੰਨਾ ਕੁ ਇੰਟਰਫੇਅਰ ਕਰ ਲੈਂਦੇ ਨੇ, ਜਾਂ ਹੋਰ ਰਾਜਾਂ ਦੇ ਵਿੱਚ ਗਵਰਨਰ ਕਿੰਨੇ ਕੁ ਆਪਣੇ ਆਪ ਨੂੰ ਕਹਿੰਦੇ ਨੇ ਜੀ ਕਿ ਮੈਂ ਰਬੜ ਸਟੈਂਪ ਨਹੀਂ ਹੈ ਤੇ ਮੈਂ ਤਾਂ ਜੀ ਮੇਰੇ ਸੀਲ ਦੇ ਅੰਡਰ ਸਭ ਕੁਝ ਹੋ ਰਿਹਾ ਹੈ। ਸੋ ਇਹ ਤਾਂ ਇੱਕ ਬਹੁਤ ਹੀ ਗਲਤ ਆਰਗੂਮੈਂਟ ਹੈ, ਇਹ ਕਨਸਟੀਟਿਊਸ਼ਨਲ ਆਰਗੂਮੈਂਟ ਹੀ ਨਹੀਂ ਹੈ, ਇਹ ਅਨਕਨਸਟੀਟਿਊਸ਼ਨਲ ਹੈ। ਇਹ ਗੈਰ ਸੰਵਿਧਾਨਿਕ ਗੱਲ ਜੇ ਗਵਰਨਰ ਕਰਦੇ ਪਏ ਨੇ, ਇਹੋ ਜਿਹੀ ਗੱਲ ਕਰਦੇ ਪਏ ਨੇ, ਬਿਆਨ ਦੇ ਰਹੇ ਨੇ, ਬਿਲਕੁਲ ਗੈਰ ਸੰਵਿਧਾਨਿਕ ਨੇ। ਠੀਕ ਹੈ, ਉਹਨਾਂ ਦੀਆਂ ਚਿੰਤਾਵਾਂ ਹੋ ਸਕਦੀਆਂ ਨੇ, ਕਿਸੇ ਵੀ ਸੂਬੇ ਦੇ ਫਿਗਰ ਹੈਡ ਹੋਣ ਦੇ ਨਾਤੇ, ਕਨਸਟੀਟਿਊਸ਼ਨਲ ਹੈਡ ਹੋਣ ਦੇ ਨਾਤੇ ਉਹ ਇਸ ਚੀਜ਼ ਨੂੰ ਲੈ ਕੇ ਚਿੰਤਾਵਾਂ ਜਤਾ ਸਕਦੇ ਨੇ, ਲੇਕਿਨ ਅਫਸਰਾਂ ਦੇ ਨਾਲ ਜਾਣਾ, ਮੀਟਿੰਗਾਂ ਕਰਨਾ, ਫਿਰ ਇੱਥੇ ਬਿਆਨ ਦੇਣਾ, ਉਹਨਾਂ ਬਿਆਨਾਂ ਦੇ ਜ਼ਰੀਏ ਫਿਰ ਵਿਰੋਧੀ ਧਿਰਾਂ ਵੱਲੋਂ ਨਿਸ਼ਾਨੇ ਲਾਣਾ ਸਰਕਾਰ ਉੱਤੇ, ਇਹ ਤਾਂ ਸੂਬੇ ਦਾ ਮਾਹੌਲ ਖਰਾਬ ਕਰ ਰਹੇ ਨੇ। ਤੇ ਮੁੱਦਾ ਸਿਰਫ ਇਹ ਨਹੀਂ ਹੈ ਕਿ ਗਵਰਨਰ ਐਕਟਿਵ ਹੋ ਰਹੇ ਨੇ, ਗਵਰਨਰ ਦਾ ਐਕਟਿਵ ਹੋਣਾ ਵੀ ਇੱਕ ਮਿੰਟ ਲਈ ਆਪਾਂ ਸਿਰ ਮੱਥੇ ਉੱਤੇ ਲੈ ਸਕਦੇ ਹਾਂ, ਉਹਦਾ ਵੀ ਖੈਰ ਮਕਦਮ ਕੀਤਾ ਜਾ ਸਕਦਾ ਹੈ, ਲੇਕਿਨ ਇਸ ਦਾ ਮਕਸਦ ਤੁਸੀਂ ਇਹ ਸਮਝੋ ਕਿ ਮਕਸਦ ਇਹ ਤਾਂ ਨਹੀਂ ਕਿ ਪੰਜਾਬ ਦੇ ਵਿੱਚ ਸਰਕਾਰ ਹਾਲਾਤ ਕਾਬੂ ਨਹੀਂ ਕਰ ਪਾ ਰਹੀ। ਆਮ ਆਦਮੀ ਪਾਰਟੀ ਜਿਹਨੂੰ ਕਿ ਪਹਿਲਾ ਮੌਕਾ ਮਿਲਿਆ ਪੰਜਾਬ ਦੇ ਵਿੱਚ ਦਿੱਲੀ ਤੋਂ ਬਾਅਦ ਸਰਕਾਰ ਬਣਾਉਣ ਦਾ, ਦਿੱਲੀ ਦੇ ਵਿੱਚ ਤੁਸੀਂ ਵੇਖਿਆ ਲੈਫਟੀਨੈਂਟ ਗਵਰਨਰ ਨੇ ਠੀਕ ਇਸੇ ਤਰੀਕੇ ਦੇ ਨਾਲ ਰੇੜਕਾ ਪਾ ਕੇ ਰੱਖਿਆ, ਲੇਕਿਨ ਦਿੱਲੀ ਤੇ ਪੰਜਾਬ ਦੀ ਸਥਿਤੀ ਬੜੀ ਵੱਖਰੀ ਹੈ। ਦਿੱਲੀ ਦੇ ਵਿੱਚ ਉਹ ਸ਼ਕਤੀਆਂ, ਉਹ ਅਖਤਿਆਰ ਵਿਧਾਨ ਸਭਾ ਕੋਲ ਨਹੀਂ ਹੈ, ਉੱਥੇ ਉਹ ਮੈਂਡੇਟ ਨਹੀਂ ਹੈ ਵਿਧਾਨ ਸਭਾ ਦੇ ਵਿੱਚ ਜਾਂ ਐਮਐਲਏਸ ਕੋਲ ਜਾਂ ਚੁਣੇ ਹੋਏ ਮੁੱਖ ਮੰਤਰੀ ਕੋਲ, ਜਿਵੇਂ ਕਿ ਹੋਰ ਰਾਜਾਂ ਦੇ ਵਿੱਚ ਹੈ। ਦਿੱਲੀ ਦੀ ਸਥਿਤੀ ਬਿਲਕੁਲ ਹੀ ਡਿਫਰੈਂਟ ਸਥਿਤੀ ਹੈ, ਉੱਥੇ ਦਾ ਇੱਕ ਮਾਡਲ ਡਿਫਰੈਂਟ ਮਾਡਲ ਹੈ, ਲਾਈਕ ਸਮ ਅਦਰ ਯੂਨੀਅਨ ਟੈਰੀਟਰੀਜ਼, ਯੂਨੀਕ ਮਾਡਲ ਹੈ ਐਨਸੀਆਰ ਹੋਣ ਦੇ ਨਾਤੇ। ਸੋ ਉਸ ਮਾਡਲ ਨੂੰ ਹੁਣ ਇੱਕ ਕੰਪੈਰੀਜ਼ਨ ਹੋ ਸਕਦਾ ਵੀ ਜੇ ਆਮ ਆਦਮੀ ਪਾਰਟੀ ਦਿੱਲੀ ਮਾਡਲ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਦੇ ਵਿੱਚ, ਤਾਂ ਫਿਰ ਜੇ ਗਵਰਨਰ ਜਾਂ ਭਾਰਤੀ ਜਨਤਾ ਪਾਰਟੀ ਵੀ ਇਸੇ ਮਾਡਲ ਨੂੰ ਆਪਣੇ ਗਵਰਨਰ ਦੇ ਜ਼ਰੀਏ ਲਾ ਰਹੀ ਹੈ, ਯਾਨੀ ਕਿ ਜਿਵੇਂ ਲੈਫਟੀਨੈਂਟ ਗਵਰਨਰ ਦਿੱਲੀ ਦੇ ਹਰ ਕੰਮ ਦੇ ਵਿੱਚ ਆਪਣੀ ਗੱਲਬਾਤ ਕਰਦੇ ਨੇ, ਕਿਉਂਕਿ ਉਹਨਾਂ ਕੋਲ ਤਾਕਤਾਂ ਸ਼ਕਤੀਆਂ ਹੈਗੀਆਂ ਨੇ, ਉੱਥੇ ਉਹ ਕਰ ਸਕਦੇ ਹੋਣਗੇ। ਹਾਲਾਂਕਿ ਉੱਥੇ ਵੀ ਸਵਾਲ ਖੜੇ ਹੋਣੇ ਜ਼ਰੂਰ ਚਾਹੀਦੇ ਨੇ, ਲੇਕਿਨ ਦਿੱਲੀ ਇਜ਼ ਨਾਟ ਅ ਕੰਪਲੀਟ ਸਟੇਟਹੁੱਡ ਉਹਦੀ ਮੁਕੰਮਲ ਨਹੀਂ ਹੈ। ਪੰਜਾਬ ਦੀ ਸਟੇਟਹੁੱਡ ਮੁਕੰਮਲ ਹੈ, ਇੱਥੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕੋਈ ਗਵਰਨਰ ਇਸ ਤਰੀਕੇ ਦੇ ਨਾਲ ਹਸਤਖੇਪ ਕਰੇ। ਲੇਕਿਨ ਇਤਫਾਕ ਦੀ ਗੱਲ ਹੈ ਕਿ ਵਿਧਾਨ ਸਭਾਵਾਂ ਦੇ ਸੈਸ਼ਨਸ ਤੋਂ ਲੈ ਕੇ ਹਾਲਾਂਕਿ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਵੀ ਸਰਕਾਰ ਖੁਦ ਵੀ ਬਹੁਤ ਸੇ ਅਜਿਹੇ ਮੌਕੇ ਦੇ ਰਹੀ ਹੈ ਗਵਰਨਰ ਨੂੰ ਇੰਟਰਫੇਅਰ ਕਰਨ ਦੇ, ਲੇਕਿਨ ਜਿਹੜੀ ਲਾਅ ਐਂਡ ਆਰਡਰ ਦੀ ਵਿਵਸਥਾ ਦੀ ਗੱਲ ਹੈ, ਨਸ਼ੇ ਦੀ ਪੰਜਾਬ ਦੇ ਵਿੱਚ ਗੱਲ ਹੈ, ਸੋ ਇਸ ਤੋਂ ਪਹਿਲਾਂ ਦੇ ਗਵਰਨਰ ਫਿਰ ਕੀ ਕਰਦੇ ਰਹੇ, ਇਹ ਵੀ ਹੈਰਾਨੀ ਦੀ ਸਬਬ ਹੈ ਸਾਡੇ ਲਈ ਸਮਝਣ ਲਈ ਕਿ ਵੀ ਪਹਿਲਾਂ ਕਿਤੇ ਗਵਰਨਰ ਫਿਰ ਕਿਉਂ ਸ਼ਾਂਤ ਰਹੇ। ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਚਿੰਤਾਵਾਂ ਜਤਾਉਣੀਆਂ ਚਾਹੀਦੀਆਂ ਸੀ। ਇੱਕ ਰਾਤ ਦੇ ਸਾਲ ਦੇ ਵਿੱਚ ਤਾਂ ਨਸ਼ਾ ਇੱਥੇ ਪੈਦਾ ਹੋ ਨਹੀਂ ਗਿਆ। ਵੱਡਾ ਜਿਹੜਾ ਕੰਸਰਨ ਇਹ ਹੈ ਕਿ ਕੀ ਜਿਹੜੀ ਮੈਂ ਗੱਲ ਕਹਿੰਦਾ ਵਿੱਚ ਰੁਕ ਗਿਆ, ਉਹ ਇਹ ਹੈ ਕਿ ਕੀ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਤੋਂ ਪੰਜਾਬ ਦੀ ਸਰਕਾਰ ਸਾਂਭੀ ਨਹੀਂ ਜਾ ਰਹੀ। ਸੋ ਇਹ ਸਰਕਾਰ ਚਲਾ ਨਹੀਂ ਸਕਦੇ। ਕੁਝ ਘਟਨਾਵਾਂ ਅਜਿਹੀਆਂ ਹੋ ਗਈਆਂ, ਮਾਹੌਲ ਅਜਿਹਾ ਬਣਾ ਦਿਓ ਕਿ ਇੰਝ ਲੱਗੇ ਕਿ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਬ੍ਰੇਕਡਾਊਨ ਹੋ ਗਿਆ, ਪੱਠਾ ਬਹਿ ਗਿਆ ਪੰਜਾਬ ਦਾ, ਤੇ ਪੰਜਾਬ ਦੇ ਵਿੱਚ ਤਾਂ ਰਾਸ਼ਟਰਪਤੀ ਸ਼ਾਸਨ ਲਗਾਓ ਜਾਂ ਪੰਜਾਬ ਦੇ ਵਿੱਚ ਨਵੇਂ ਇਲੈਕਸ਼ਨ ਕਰਾਓ। ਉਹ ਇਸ ਤਰੀਕੇ ਦੀ ਸਥਿਤੀ ਤਾਂ ਨਹੀਂ ਕ੍ਰੀਏਟ, ਉਹਦਾ ਬੇਸ ਤਾਂ ਨਹੀਂ ਬਣਾਇਆ ਜਾ ਰਿਹਾ ਇਹ ਸਾਰੀਆਂ ਗੱਲਾਂ ਬਾਤਾਂ ਕਰਕੇ। ਜੇ ਕਰਨਾ ਹੀ ਤਾਂ ਬਹੁਤ ਕੁਝ ਕਰਨ ਨੂੰ ਹੈ ਪੰਜਾਬ ਦੇ ਵਿੱਚ, ਬਿਨਾਂ ਰੌਲਾ ਰੱਪਾ ਪਾਏ ਵੀ ਗਵਰਨਰ ਆਪਣੀ ਭੂਮਿਕਾ ਅਦਾ ਕਰਦੇ ਨੇ। ਤੇ ਨਸ਼ੇ ਦੀ ਜੇ ਆਪਾਂ ਸਮੱਸਿਆ ਦੀ ਗੱਲ ਕਰੀਏ ਤੇ ਚੰਡੀਗੜ੍ਹ 'ਚ ਕੀ ਨਸ਼ਾ ਨਹੀਂ ਵਿਕਦਾ, ਜਿਸ ਦੇ ਐਡਵਾਈਜ਼ਰ ਖੁਦ ਹੈਗੇ ਨੇ, ਐਡਮਿਨਿਸਟ੍ਰੇਟਰ ਹੈਗੇ ਨੇ, ਰਾਜਪਾਲ ਐਡਮਿਨਿਸਟ੍ਰੇਟਰ ਹੈਗੇ ਨੇ, ਤੇ ਉਹਨਾਂ ਦੇ ਹੇਠ ਜਿਹੜੀ ਗੱਲਾਂ ਬਾਤਾਂ ਹੋ ਰਹੀਆਂ ਸੀ ਜਾਂ ਹੋ ਰਹੀਆਂ ਨੇ ਕਿ ਚੰਡੀਗੜ੍ਹ 'ਚ ਇਸ ਚੀਜ਼ਾਂ ਨਹੀਂ ਹੋ ਰਹੀਆਂ, ਚੰਡੀਗੜ੍ਹ ਦੇ ਵਿੱਚ ਉਹ ਕੰਮ ਨਹੀਂ ਹੁੰਦੇ ਜਿਹੜੇ ਕਿ ਪੰਜਾਬ ਦੇ ਵਿੱਚ ਹੋ ਰਹੇ ਨੇ, ਉੱਥੇ ਜਾ ਕੇ ਕਿਉਂ ਨਹੀਂ ਆਪਣਾ ਕੰਮ ਕਰਦੇ, ਇਹ ਸੋਚਣ ਦਾ ਵਿਸ਼ਾ ਹੈ। ਜੀ ਬਿਲਕੁਲ।
ਤਾਂ ਇਸ ਜਿਹੜੀ ਸਮੱਸਿਆ ਹੈ ਕਿ ਆਉਣ ਵਾਲੇ ਦਿਨਾਂ ਤੁਹਾਨੂੰ ਲੱਗ ਰਿਹਾ ਜਿਸ ਤਰ੍ਹਾਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਰੇੜਕਾ ਹੋਰ ਵਧੂਗਾ ਹੋਰ ਤਿੱਖਾ ਹੋਊਗਾ ਜਿਵੇਂ ਤੁਸੀਂ ਗੱਲ ਕਹਿ ਰਹੇ ਹੈਗੇ? ਰੇੜਕਾ ਤਾਂ ਵੱਧ ਹੀ ਚੁੱਕਾ ਹੈ, ਇੰਨਾ ਰੇੜਕਾ ਵਧਿਆ ਹੋਇਆ ਹੈ ਕਿ ਇੱਕ ਦੂਸਰੇ ਨੂੰ ਜਿਹਨੇ ਕਹਿੰਦੇ ਜਿਹੜੀ ਉਂਗਲਾਂ ਲਾਉਣ ਦਾ ਕੰਮ ਕਰ ਰਹੇ ਨੇ। ਤੇ ਸਭ ਤੋਂ ਜਿਹੜੀ ਮੰਦਭਾਗੀ ਗੱਲ ਹੈ ਕਿ ਮੁੱਖ ਮੰਤਰੀ ਤੇ ਗਵਰਨਰ ਪੰਜਾਬ ਦੇ, ਜਿਨ੍ਹਾਂ ਨੂੰ ਆਪਸ ਦੇ ਵਿੱਚ ਕੀ ਮੁੱਖ ਮੰਤਰੀ ਨੂੰ ਆਪਣਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ। ਗਵਰਨਰ ਨੂੰ ਜਿੱਥੇ ਲੋੜ ਹੈ ਉਹ ਮੁੱਖ ਮੰਤਰੀ ਨੂੰ ਇਨ ਡਿਸਕ੍ਰਿਸ਼ਨ ਇਨ ਕੌਨਫੀਡੈਂਸ ਗੱਲ ਕਰਨ, ਉਹਦੇ ਨਾਲ ਵਿਅਕਤੀਗਤ ਲੈਵਲ ਦੇ ਉੱਤੇ ਸੀਕ੍ਰੇਟਸ ਹੁੰਦੇ ਨੇ, ਆਪਣੇ ਪਰਸਨਲ ਲੈਵਲ ਦੇ ਉੱਤੇ ਗੱਲ ਕੀਤੀ ਜਾਂਦੀ ਹੈ। ਤੁਸੀਂ ਉਹ ਗੱਲਾਂ ਕਰੋ ਜੇ ਤੁਹਾਨੂੰ ਲੱਗਦਾ ਵੀ ਸਰਕਾਰ ਤੋਂ ਕੋਈ ਕੰਮ ਨਹੀਂ ਹੋ ਰਿਹਾ, ਸਰਕਾਰ ਨੂੰ ਮਦਦ ਦੀ ਲੋੜ ਹੈ, ਤੁਸੀਂ ਉਹ ਮਦਦ ਦੇ ਸਕਦੇ ਹੋ। ਲੇਕਿਨ ਖੁਦ ਜਾ ਕੇ ਦੌਰੇ ਕਰਨਾ, ਵਿਜ਼ਿਟਸ ਕਰਨਾ, ਮੈਨੂੰ ਨਹੀਂ ਲੱਗਦਾ ਕਿ ਠੀਕ ਹੈ। ਬੀਇੰਗ ਅ ਗਵਰਨਰ ਤੁਹਾਨੂੰ ਕੋਈ ਰੋਕ ਟੋਕ ਉਸ ਚੀਜ਼ ਦੀ ਨਹੀਂ ਹੈ, ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਇਹ ਪ੍ਰੋਟੋਕਾਲ ਦੇ ਵੀ ਹਿਸਾਬ ਨਾਲ ਨਹੀਂ ਹੈ ਮੇਰੇ ਹਿਸਾਬ ਨਾਲ। ਇਹ ਇਸ ਤਰੀਕੇ ਦੀ ਐਂਡ ਸਭ ਤੋਂ ਵੱਡੀ ਗੱਲ ਹੈ ਜਿਹੜੀ ਮਸ਼ੀਨਰੀ ਹੈ, ਸਰਕਾਰੀ ਮਸ਼ੀਨਰੀ, ਫੰਕਸ਼ਨਰੀਜ਼ ਹੈਗੇ ਨੇ, ਸੀਨੀਅਰ ਅਫਸਰ ਹੈਗੇ ਨੇ, ਚਾਹੇ ਉਹ ਐਡਮਿਨਿਸਟ੍ਰੇਟਿਵ ਲੈਵਲ ਤੇ ਹੋਣ, ਚਾਹੇ ਉਹ ਪੁਲਿਸ ਦੇ ਲੈਵਲ ਤੇ ਹੋਣ, ਉਹਨਾਂ ਦੇ ਮਨਾਂ ਦੇ ਵਿੱਚ ਵੀ ਇੱਕ ਦੁਵਿਧਾ ਕ੍ਰੀਏਟ ਹੁੰਦੀ ਹੈ ਵੀ ਸਾਡਾ ਮਾਲਕ ਕੌਣ ਹੈ ਜਾਂ ਸਾਡਾ ਬੌਸ ਕੌਣ ਹੈ। ਜੇ ਗਵਰਨਰ ਜਾ ਕੇ ਬਾਰਡਰ ਦੇ ਅਫਸਰਾਂ ਦੇ ਨਾਲ ਮਿਲੇਗਾ, ਇੱਕ ਅਲੱਗ ਹਿਦਾਇਤ ਦੇਗਾ, ਉਹਦੀ ਆਪਣੀ ਕੋਈ ਟਿਊਨਿੰਗ ਨਹੀਂ ਹੈਗੀ ਚੀਫ ਮਿਨਿਸਟਰ ਦੇ ਨਾਲ। ਇਹ ਬੜੀ ਹੈਰਾਨੀ ਦੀ ਗੱਲ ਹੈ, ਜੇ ਤੁਹਾਡੀ ਟਿਊਨਿੰਗ ਹੀ ਨਹੀਂ ਹੈ ਤੇ ਤੁਸੀਂ ਤੁਹਾਡੇ ਕੋਲ ਜੇ 2 ਜਾਂ 3 ਬੌਸ ਤੁਹਾਡੇ ਸਿਰ ਦੇ ਉੱਤੇ ਖੜੇ ਕਰਤੇ ਜਾਣ ਤਾਂ ਫਿਰ ਉਸ ਪੋਜੀਸ਼ਨ ਦੇ ਵਿੱਚ ਤੁਸੀਂ ਕਰ ਕੀ ਸਕਦੇ ਹੋ? ਤੁਸੀਂ ਖੁਦ ਵੀ ਕਨਫਿਊਜ਼ਨ ਦੇ ਵਿੱਚ ਰਹੋਗੇ ਜਾਂ ਫਿਰ ਤੁਸੀਂ ਉਸ ਕਨਫਿਊਜ਼ਨ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੋਗੇ ਜਿਵੇਂ ਬਹੁਤ ਸੇ ਅਫਸਰ ਕਰ ਰਹੇ ਹੋਣਗੇ। ਸੋ ਇਹ ਇੱਕ ਗਲਤ ਮੈਸੇਜ ਜਿਹੜਾ ਹੈ ਆਲਰੇਡੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਅਫਸਰਸ਼ਾਹੀ ਦੇ ਨਾਲ ਵੀ ਉਹਨਾਂ ਦਾ ਪਿੱਛੇ ਥੋੜਾ ਜਿਹਾ ਰੇੜਕਾ ਰਿਹਾ, ਹਾਲਾਂਕਿ ਡਾਇਰੈਕਟਲੀ ਨਹੀਂ ਸੀ, ਵਿਜੀਲੈਂਸ ਬਿਊਰੋ ਦੇ ਕਾਰਨ ਸੀ, ਉਹਨਾਂ ਨੂੰ ਉਹਨੇ ਚੰਗੇ ਤਰੀਕੇ ਨਾਲ ਨਜਿੱਠ ਲਿਆ। ਲੇਕਿਨ ਇਸ ਤਰੀਕੇ ਦੀ ਜਿਹੜਾ ਇੰਟਰਫੇਰੈਂਸ ਹੈ, ਦਖਲਅੰਦਾਜ਼ੀ ਹੈ, ਮੈਨੂੰ ਲੱਗਦਾ ਕਿ ਇਹ ਇੱਕ ਗਲਤ ਪ੍ਰੈਸੀਡੈਂਟ ਸਥਾਪਿਤ ਕਰ ਰਹੇ ਨੇ। ਤੇ ਮੈਨੂੰ ਇਹ ਨਹੀਂ ਲੱਗਦਾ ਵੀ ਆਪਣੇ ਰਾਜ ਵਾਲੇ ਯਾਨੀ ਜਿੱਥੇ ਬੀਜੇਪੀ ਦੇ ਰਾਜ ਹੈਗੇ ਨੇ ਉੱਥੇ ਚੀਜ਼ ਹੋ ਸਕਦੀ ਹੈ। ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਤਾਂ ਕਾਂਗਰਸ ਦੀ ਸਰਕਾਰ ਹੈ, ਉੱਥੇ ਵੀ ਗਵਰਨਰ, ਮੈਨੂੰ ਨਹੀਂ ਲੱਗਦਾ ਉੱਥੇ ਦੇ ਗਵਰਨਰ ਇਸ ਲੈਵਲ ਦੇ ਉੱਤੇ ਇੰਟਰਫੇਅਰ ਕਰਨਗੇ ਜਾਂ ਕਰ ਸਕਦੇ ਨੇ। ਠੀਕ ਹੈ, ਗਵਰਨਰ ਦਾ ਇੱਕ ਰਸਮੀ ਰੋਲ ਹੁੰਦਾ ਹੈ, ਉਹ ਰੋਲ ਹੈ, ਉਸ ਰੋਲ ਤੱਕ ਸੀਮਿਤ ਰਹਿਣਾ ਤਾਂ ਚੰਗਾ ਲੱਗਦਾ। ਪੰਜਾਬ 'ਚ ਕਿਉਂ ਇਹ ਕੀਤਾ ਜਾ ਰਿਹਾ? ਤਾਂ ਕੋਈ ਖਾਸ ਵਜ੍ਹਾ ਲੱਗ ਰਹੀ ਹੈ ਤੁਹਾਨੂੰ ਇਹਦੇ ਪਿੱਛੇ? ਕੋਈ ਮੈਂ ਉਹੀ ਖਾਸ ਆਪਾਂ ਗੱਲ ਕਰ ਹੀ ਚੁੱਕੇ ਹਾਂ ਆਲਮੋਸਟ ਇਹ ਵਾਲੀ ਕਿ ਖਾਸ ਵਜ੍ਹਾ ਤਾਂ ਇਹੀ ਹੈ ਕਿ ਇੱਕ ਪ੍ਰਭਾਵ ਸ਼ਾਇਦ ਬਣਾਉਣ ਦੀ ਕੋਸ਼ਿਸ਼ ਹੈ। ਮੈਂ ਇਸ ਦੇ ਪਿੱਛੇ ਸਿਆਸੀ ਮਕਸਦ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਐਵੇਂ ਨਹੀਂ ਕੋਈ ਹਾਈਪਰ ਐਕਟਿਵ ਜਾਂ ਓਵਰ ਐਕਟਿਵ ਹੋਇਆ ਹੁੰਦਾ। ਗਵਰਨਰ ਤਾਂ ਇੱਕ ਰਿਟਾਇਰਮੈਂਟ ਵਾਲਾ ਅਹੁਦਾ ਹੁੰਦਾ ਹੈ, ਅਜਿਹੇ ਬੰਦਿਆਂ ਨੂੰ ਗਵਰਨਰ ਬਣਾਇਆ ਜਾਂਦਾ ਜਿਹੜੇ ਕਿ ਸਾਰੇ ਕੰਮ ਕਰ ਚੁੱਕੇ ਹੁੰਦੇ ਨੇ। ਉਹਨਾਂ ਦੇ ਮਨ ਦੇ ਵਿੱਚ ਇਨਫੈਕਟ ਗਵਰਨਰ ਤਾਂ ਲੋਕ ਹੀ ਐਸੇ ਬਣਾਏ ਜਾਂਦੇ ਨੇ ਜਿਨ੍ਹਾਂ ਦੀ ਐਸਪੀਰੇਸ਼ਨਸ ਜਾਂ ਉਸ ਤਰੀਕੇ ਦੀਆਂ ਇੱਛਾਵਾਂ ਜ਼ਿਆਦਾ ਨਾ ਹੋਣ, ਕਿਉਂਕਿ ਉਹਨਾਂ ਦਾ ਮਕਸਦ ਹੈ ਉਹਨਾਂ ਨੇ ਜਾ ਕੇ ਆਪਣਾ ਕਨਸਟੀਟਿਊਸ਼ਨਲ ਭੂਮਿਕਾ ਨੂੰ ਅਦਾ ਕਰਨਾ ਹੈ। ਉਸ ਸਥਿਤੀ ਦੇ ਵਿੱਚ ਮੈਨੂੰ ਜਿੰਨਾ ਲੱਗਦਾ ਵੀ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਗਵਰਨਰ ਦੀ ਜਿਹੜੀ ਭੂਮਿਕਾ ਸਿਰਫ ਉਸ ਵਕਤ ਇੰਪੋਰਟੈਂਟ ਹੁੰਦੀ ਹੈ ਜਦੋਂ ਕਿ ਗਿਣਤੀਆਂ ਮਿਣਤੀਆਂ ਦਾ ਖੇਲ ਸ਼ੁਰੂ ਹੋ ਜਾਂਦਾ ਹੈ। ਸਰਕਾਰ ਇਲੈਕਸ਼ਨ ਹੁੰਦੇ ਨੇ, ਕੋਈ ਪਾਰਟੀ ਦੀ ਸਰਕਾਰ ਬਣਨ ਵਾਲੀ ਹੁੰਦੀ ਹੈ, ਉਹਦੇ ਕੋਲ ਪੂਰਨ ਬਹੁਮਤ ਹੁੰਦਾ ਹੈ, ਨਹੀਂ ਹੁੰਦਾ, ਦੋਵੇਂ ਪਾਰਟੀਆਂ ਜਾਂ ਤਿੰਨੇ ਧਿਰਾਂ ਮਜ਼ਬੂਤ ਹੁੰਦੀਆਂ ਨੇ। ਜਦੋਂ ਇਸ ਤਰੀਕੇ ਦਾ ਬੈਲੈਂਸ ਆਫ ਪਾਵਰ ਜਾਂ ਇਕੁਏਸ਼ਨ ਜਦੋਂ ਉੱਤੇ ਥੱਲੇ ਹੋਣੀਆਂ ਸ਼ੁਰੂ ਹੁੰਦੀਆਂ ਨੇ, ਉਹਨਾਂ ਸਥਿਤੀਆਂ ਦੇ ਵਿੱਚ ਗਵਰਨਰ ਦੀ ਭੂਮਿਕਾ ਰਹਿ ਜਾਂਦੀ ਹੈ। ਇਸ ਤੋਂ ਇਲਾਵਾ ਸਿਵਾਏ ਰਿਬਨ ਕੱਟਣ ਦੇ ਜਾਂ ਸਿਵਾਏ ਉਦਘਾਟਨ ਕਰਨ ਦੇ ਇੱਕ ਹੈਡ ਹੋਣ ਦੇ ਨਾਤੇ, ਕਨਸਟੀਟਿਊਸ਼ਨ ਹੈਡ ਹੋਣ ਦੇ ਨਾਤੇ ਗਵਰਨਰ ਦੀ ਹੋਰ ਕੋਈ ਵੱਡੀ ਭੂਮਿਕਾ ਨਹੀਂ ਹੈ। ਸੋ ਇਹ ਕਈ ਵਾਰ ਤਾਂ ਸਵਾਲ ਇਹ ਵੀ ਖੜੇ ਕੀਤੇ ਨੇ ਕਿ ਇਸ ਇੰਸਟੀਟਿਊਸ਼ਨ ਦਾ ਯਾਨੀ ਗਵਰਨਰ ਦੇ ਇੰਸਟੀਟਿਊਸ਼ਨ ਦਾ ਮਨੋਰਥ ਕੀ ਹੈ, ਮਕਸਦ ਕੀ ਹੈ। ਲੇਕਿਨ ਉਹ ਮਕਸਦ ਕਦੇ ਕਦਾਰੀ ਫੁੱਲ ਵਰਤੋਂ ਵਿੱਚ ਆਉਂਦਾ। ਬਹੁਤ ਸੇ ਸਟੇਟਾਂ ਦੇ ਵਿੱਚ ਅਜਿਹਾ ਹੋਇਆ, ਮਹਾਰਾਸ਼ਟਰ ਦੇ ਵਿੱਚ, ਜਿੱਥੇ ਕਿ ਗਵਰਨਰ ਦੀ ਭੂਮਿਕਾ, ਉੱਥੇ ਫਿਰ ਪਤਾ ਲੱਗਦਾ ਵੀ ਕੇਂਦਰ ਸਰਕਾਰ ਆਪਣਾ ਗਵਰਨਰ ਕਿਉਂ ਥਾਪਦੀ ਹੈ। ਲੇਕਿਨ ਡੇ ਟੂ ਡੇ ਫੰਕਸ਼ਨਿੰਗ ਦੇ ਵਿੱਚ ਇਹ ਗਵਰਨਰ ਦੀ ਇਨਵੋਲਵਮੈਂਟ ਜਾਂ ਭੂਮਿਕਾ, ਉਹਨਾਂ ਦਾ ਇੰਟਰਫੇਰੈਂਸ ਬਿਲਕੁਲ ਅਨਕਾਲਡ ਫॉर ਹੈ। ਇਹਦੀ ਕੋਈ ਲੋੜ ਨਹੀਂ ਹੈ। ਇਟ ਇਜ਼ ਨੀਡਲੈਸ, ਐਬਸੋਲੂਟਲੀ ਕੇਓਸ ਕ੍ਰੀਏਟ ਕਰਨ ਵਾਲੀ ਸਥਿਤੀ ਹੈ। ਤੇ ਮੈਨੂੰ ਲੱਗਦਾ ਸ਼ਾਇਦ ਇਹਦੇ ਪਿੱਛੇ ਦੇ ਸਿਆਸੀ ਮਕਸਦ ਵੀ ਹੈਗੇ ਨੇ। ਭਾਰਤੀ ਜਨਤਾ ਪਾਰਟੀ ਕਹਿ ਲਈਏ ਜਾਂ ਅਜਿਹੀਆਂ ਪਾਰਟੀਆਂ ਜੋ ਕਿ ਚਾਹੁੰਦੀਆਂ ਨੇ ਕਿ ਆਮ ਆਦਮੀ ਪਾਰਟੀ ਸਹੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕੰਮ ਕਰ ਸਕੇ, ਉਹ ਇਸ ਤਰੀਕੇ ਦੀ ਸਥਿਤੀ ਨੂੰ ਪੈਦਾ ਕਰਨਾ ਚਾਹੁੰਦੀਆਂ ਨੇ, ਪੈਦਾ ਹੁੰਦਾ ਦੇਖਣੀਆਂ ਚਾਹੁੰਦੀਆਂ ਨੇ, ਤਾਂ ਕਿ ਉਹਨਾਂ ਕੋਲ ਇੱਕ ਆਧਾਰ ਪੈਦਾ ਹੋਏ। ਕਿਉਂਕਿ ਤੁਸੀਂ ਦੇਖੋ ਕਿ ਗਵਰਨਰ ਇੱਕ ਬਿਆਨ ਦਿੰਦਾ ਤੇ ਨਾਲ ਦੇ ਨਾਲ ਹੀ ਬੀਜੇਪੀ ਦੇ ਆਗੂ, ਅਕਾਲੀ ਦਲ ਦੇ ਆਗੂ ਜਾਂ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਨੂੰ ਮੌਕਾ ਮਿਲ ਜਾਂਦਾ ਕਿ ਤੁਸੀਂ ਸਰਕਾਰ ਨੂੰ ਘੇਰੋ। ਉਹਨਾਂ ਦਾ ਵੈਸੇ ਵੀ ਕੰਮ ਹੈ, ਲੇਕਿਨ ਗਵਰਨਰ ਨੂੰ ਢਾਲ ਬਣਾ ਕੇ ਕਿਉਂ ਉਹ ਇਹ ਗੱਲ ਕਰ ਰਹੇ ਨੇ? ਸੋ ਗਵਰਨਰ ਨੂੰ ਤਾਂ ਆਪਣੀ ਭੂਮਿਕਾ ਜਾਂ ਆਪਣੇ ਆਪ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤੇ ਜਾਣ ਦੀ ਸੰਭਾਵਨਾ ਤੋਂ ਵੈਸੇ ਹੀ ਗੁਰੇਜ਼ ਕਰਨ ਦੀ ਲੋੜ ਹੈ, ਪਿੱਛੇ ਹਟਣ ਦੀ ਲੋੜ ਹੈ। ਲੇਕਿਨ ਗਵਰਨਰ ਹੋਰ ਐਮੂਨੀਸ਼ਨ ਦੇ ਰਹੇ ਨੇ ਵਿਰੋਧੀ ਪਾਰਟੀਆਂ ਨੂੰ ਤਾਂ ਕਿ ਮੇਰੇ ਬਿਆਨਾਂ ਨੂੰ ਆਧਾਰ ਬਣਾਓ ਤੇ ਹੋਰ ਸਿਆਸਤ ਕਰੋ। ਸੋ ਇਸ ਤਰੀਕੇ ਦਾ ਤਾਂ ਖਲੇਰਾ ਜਿਹੜਾ ਰਾਜ ਦੀ ਸਿਆਸਤ ਦੇ ਵਿੱਚ ਪਾਇਆ ਗਿਆ ਹੈ, ਤੇ ਜੇ ਉਹਦੇ ਲਈ ਗਵਰਨਰ ਦੇ ਆਫਿਸ ਦੀ ਵਰਤੋਂ ਹੋ ਰਹੀ ਹੈ, ਬਿਲਕੁਲ ਗਲਤ ਹੈ ਜੀ। ਤਾਂ ਰਿਤੇਸ਼ ਜੀ, ਇਸ ਸਾਰੇ ਸਿਚੁਏਸ਼ਨ ਸਿਨਾਰੀਓ 'ਚ ਭਗਵੰਤ ਮਾਨ ਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ? ਇੱਕ ਦੋ ਵਾਰੀ ਉਹਨਾਂ ਨੇ ਟਰਾਈ ਕੀਤੀ ਹੈ ਕਨਫਰੰਟ ਕਰਨ ਦੀ,
ਪੋਲੀਟੀਕਲ ਅਟੈਕ ਕਰਨ ਦੀ ਕਈ ਵਾਰ ਬੈਕਫਾਇਰ ਵੀ ਕੀਤਾ ਹੈਗਾ ਉਹਨਾਂ ਦਾ ਜਿਹੜਾ ਗਰਾਊਂਡ ਉਹਨਾਂ ਇੰਨਾ ਸਟਰੋਂਗ ਨਹੀਂ ਰਿਹਾ। ਕਈ ਵਾਰ ਦੇਖਿਆ ਗਿਆ ਵੀ ਵੀਕ ਗਰਾਊਂਡ ਤੇ ਵੀ ਉਹ ਅਟੈਕ ਕਰ ਜਾਂਦੇ ਨੇ। ਮੁੱਖ ਮੰਤਰੀ ਨੂੰ ਕੀ ਕਰਨਾ ਚਾਹੀਦਾ ਹੈ ਜਾਂ ਕੀ ਨਹੀਂ ਕਰਨਾ ਚਾਹੀਦਾ, ਇਸ ਬਾਰੇ ਤਾਂ ਮੈਂ ਕੀ ਕਹਿ ਸਕਦਾ। ਇਹ ਤਾਂ ਖੈਰ ਮੁੱਖ ਮੰਤਰੀ ਦੇ ਸਲਾਹਕਾਰ ਨੇ, ਬੜੇ ਵੱਡੇ ਲੋਕਾਂ ਨੂੰ ਉਹਨਾਂ ਨੇ ਤਾਂ IIT ਤੋਂ ਬੰਦੇ ਬਿਠਾਏ ਹੋਏ ਨੇ ਇਸ ਕੰਮ ਲਈ। ਸਾਡੇ ਵਰਗੇ ਪੱਤਰਕਾਰਾਂ ਦੀ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਸਲਾਹ ਦੀ ਲੋੜ ਹੈ, ਲੇਕਿਨ ਜੇ ਸਟਿਲ ਲੋੜ ਪਵੇ ਤਾਂ ਅਸੀਂ ਸੋਚਾਂਗੇ। ਮੈਂ ਸੋਚਾਂਗਾ ਵੀ ਇਹਦਾ ਵੇ ਆਊਟ ਕੀ ਹੋ ਸਕਦਾ, ਕਿਉਂਕਿ ਸੰਵਿਧਾਨ ਦੇ ਵਿੱਚ ਇਹਦਾ ਹੱਲ ਹੋਣਾ ਚਾਹੀਦਾ ਹੈ। ਇਸ ਸਥਿਤੀ ਦਾ ਹੱਲ ਵੀ ਸੰਵਿਧਾਨ ਦੇ ਵਿੱਚ ਹੀ ਨਿਕਲਦਾ ਹੈ, ਲੇਕਿਨ ਲਾਅ ਬਹੁਤ ਕਲੀਅਰ ਹੈ, ਕਨਸਟੀਟਿਊਸ਼ਨ ਬਹੁਤ ਕਲੀਅਰ ਹੈ। ਤੇ ਜੇ ਗਵਰਨਰ ਇਸ ਤਰੀਕੇ ਦਾ ਕੰਮ ਕਰਦੇ ਰਹਿੰਦੇ ਨੇ ਤਾਂ ਬਹੁਤ ਹੋਰ ਤਰੀਕੇ ਵੀ ਹੋ ਸਕਦੇ ਨੇ। ਇਹਦੇ ਬਾਰੇ ਇੱਕ ਲੀਗਲ ਓਪੀਨੀਅਨ ਵੀ ਲਿਆ ਜਾ ਸਕਦਾ ਹੈ ਕਿ ਗਵਰਨਰ ਦੀ ਇਸ ਇੰਟਰਫੇਰੈਂਸ ਨੂੰ ਰੋਕਣ ਦਾ ਭਾਰਤ ਦੇ ਸੰਵਿਧਾਨ ਦੇ ਵਿੱਚ ਕੀ ਪ੍ਰੋਵੀਜ਼ਨ ਹੈ ਜਾਂ ਕਿਸ ਤਰੀਕੇ ਦੇ ਨਾਲ, ਕਿਉਂਕਿ ਜਦੋਂ ਤੁਸੀਂ ਸਹੀ ਤਰੀਕੇ ਦੇ ਨਾਲ ਕਦਮ ਪੁੱਟ, ਸਿਰਫ ਬਿਆਨਬਾਜ਼ੀ ਦੇ ਨਾਲ ਇਹ ਕੰਮ ਰੁਕਣ ਵਾਲੇ ਨਹੀਂ ਹੈ। ਹੁਣ ਗੱਲ ਹੁੰਦੀ ਹੈ ਨਾ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਰਿਵਾਇਤਾਂ, ਯਾਨੀ ਕਿ ਕਸਟਮਸ ਹੈਗੇ ਨੇ, ਟ੍ਰੈਡੀਸ਼ਨਸ ਬਣੀਆਂ ਹੋਈਆਂ ਨੇ, ਲੇਕਿਨ ਉਹ ਟ੍ਰੈਡੀਸ਼ਨ ਨੂੰ ਜਦੋਂ ਤੁਸੀਂ ਤੋੜਦੇ ਹੋ ਤਾਂ ਉਹਦਾ ਕੋਈ ਕਾਨੂੰਨ ਦੇ ਵਿੱਚ ਲਿਖਿਆ ਨਹੀਂ ਹੋਇਆ ਕਿ ਇਹ ਇਨਫ੍ਰਿੰਜਮੈਂਟ ਕਰਨ ਦਾ ਜਿਹੜਾ ਅਸਰ ਕੀ ਹੈ, ਇਹਦਾ ਇਲਾਜ ਕੀ ਹੈ ਜਾਂ ਇਹਦੀ ਸਜ਼ਾ ਕੀ ਹੈ। ਸੋ ਕਈ ਚੀਜ਼ਾਂ ਵੇਗ ਹੁੰਦੀਆਂ ਨੇ। ਸੋ ਇਹ ਪਰਿਸਥਿਤੀ ਉਵੇਂ ਦੀ ਹੈ ਜਿੱਥੇ ਕਿ ਇੱਕ ਅਜਿਹਾ ਮਤਲਬ ਬਹੁਤ ਅਜਿਹੀਆਂ ਸਿਚੁਏਸ਼ਨ ਜਦੋਂ ਹੁੰਦੀਆਂ ਨੇ ਜਾਂ ਕੰਪਲਿਕੇਸ਼ਨਸ ਪੈਦਾ ਹੋ ਜਾਂਦੀਆਂ ਨੇ, ਉਸੇ ਵਕਤ ਹੀ ਫਿਰ ਉਹਨਾਂ ਦਾ ਸਮਾਧਾਨ ਕੱਢਣਾ ਪੈਂਦਾ ਤੇ ਅਕਸਰ ਅਦਾਲਤਾਂ ਫਿਰ ਮਾਮਲਿਆਂ ਨੂੰ ਸੈਟਲ ਕਰਦੀਆਂ ਨੇ ਜਦੋਂ ਕਦੇ ਅਜਿਹੀ ਸਥਿਤੀ ਆ ਜਾਂਦੀ ਹੈ। ਆਣੀ ਨਹੀਂ ਚਾਹੀਦੀ। ਅੱਜ ਤੱਕ ਤੁਸੀਂ ਦੇਖ ਲਓ ਵੀ 70-75 ਸਾਲਾਂ ਦੇ ਵਿੱਚ ਕਿਸੇ ਸੂਬੇ ਦੇ ਵਿੱਚ ਇਸ ਤਰੀਕੇ ਦਾ ਰੇੜਕਾ ਫਸਿਆ ਹੋਵੇ, ਮੈਨੂੰ ਨਹੀਂ ਲੱਗਦਾ। ਹਾਂ ਠੀਕ ਹੈ, ਜਦੋਂ ਮੈਂ ਕਹਿੰਦਾ ਵੀ ਫਲੋਰ ਆਫ ਦਾ ਹਾਊਸ ਦੇ ਉੱਤੇ ਤੁਸੀਂ ਆਪਣਾ ਬਹੁਮਤ ਸਥਾਪਿਤ ਕਰਨਾ ਹੈ, ਉਸ ਵਕਤ ਗਵਰਨਰ ਕਿਹਨੂੰ ਬੁਲਾਉਂਦਾ ਹੈ, ਕਿਹੜੀ ਪਾਰਟੀ ਨੂੰ ਤਰਜੀਹ ਦਿੰਦਾ ਹੈ, ਕਿਹਦੀ ਗਿਣਤੀ ਨੂੰ ਮੰਨਦਾ ਹੈ, ਉਹਦੇ ਵਿੱਚ ਕਿੰਨਾ ਟਾਈਮ ਲੈਂਦਾ ਹੈ, ਕਿਸੇ ਨੂੰ 2 ਦਿਨਾਂ ਦੇ ਵਿੱਚ ਜਾਂ 1 ਦਿਨ ਜਾਂ ਕੁਝ ਘੰਟਿਆਂ ਦੇ ਵਿੱਚ ਜਿਹੜੀ ਵੋਟਿੰਗ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਮੁੱਖ ਮੰਤਰੀ ਦਾ ਸਹੁੰ ਚੁਕਾਤੀ ਜਾਂਦੀ ਹੈ, ਕਈਆਂ ਲਈ 2-2 ਹਫ਼ਤੇ 4-4 ਹਫ਼ਤੇ ਅੱਗੇ ਪਾਤਾ ਜਾਂਦਾ ਹੈ। ਸੋ ਅਜਿਹੇ ਕੇਸ ਜਾਂਦੇ ਨੇ ਅਦਾਲਤਾਂ ਦੇ ਵਿੱਚ, ਗਵਰਨਰ ਜਾਂ ਵਿਧਾਨ ਸਭਾ ਦੇ ਸਪੀਕਰਾਂ ਦੇ ਖਿਲਾਫ ਵੀ ਕੇਸ ਜਾਂਦੇ ਨੇ। ਉਹ ਇੱਕ ਅਲੱਗ ਸਥਿਤੀ ਹੁੰਦੀ ਹੈ, ਲੇਕਿਨ ਇਹ ਤਾਂ ਡੇ ਟੂ ਡੇ ਫੰਕਸ਼ਨਿੰਗ ਹੈ। ਸੋ ਡੇ ਟੂ ਡੇ ਫੰਕਸ਼ਨਿੰਗ ਦੇ ਵਿੱਚ ਤਾਂ ਗਵਰਨਰ ਦੇ ਇੰਟਰਫੇਰੈਂਸ ਦਾ ਕੋਈ ਮਤਲਬ ਹੀ ਨਹੀਂ। ਉਹਨਾਂ ਨੂੰ ਖੁਦ ਹੀ ਦੇਖੋ, ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਬਨਵਾਰੀ ਲਾਲ ਪੁਰੋਹਿਤ ਗਵਰਨਰ ਨੂੰ ਖੁਦ ਹੀ ਇਸ ਚੀਜ਼ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਜੇ ਉਹਨਾਂ ਨੂੰ ਜੇ ਵਾਕਈ ਪੰਜਾਬ ਦਾ ਭਲਾ ਚਾਹੁੰਦੇ ਨੇ, ਇਹ ਸਾਰੀ ਗੱਲਾਂ ਬਾਤਾਂ ਨੂੰ ਇੱਕ ਨੇਕ ਨੀਅਤ ਦੇ ਨਾਲ ਉਹ ਫਲੈਗ ਕਰਨਾ ਚਾਹ ਰਹੇ ਨੇ, ਤੇ ਉਹ ਮੁੱਖ ਮੰਤਰੀ ਨੂੰ ਐਡਰੈਸ ਕਰਨ। ਤੇ ਜੇ ਮੁੱਖ ਮੰਤਰੀ ਜਾਂ ਫਿਰ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ, ਆਪਣੀ ਗੱਲਾਂ ਕਹਿ ਰਹੇ ਨੇ, ਫਿਰ ਵੀ ਨਹੀਂ ਸੁਣੀਆਂ ਜਾ ਰਹੀਆਂ, ਫਿਰ ਉਹ ਰੀਜ਼ਨ ਦੱਸਣ ਮੀਡੀਆ ਦੇ ਵਿੱਚ, ਸਿਰਫ ਇਹ ਕਹਿਣ ਦੇ ਨਾਲ ਕਿ ਪੰਜਾਬ ਦੇ ਵਿੱਚ ਘਰ ਘਰ ਨਸ਼ਾ ਵਿਕਦਾ ਹੈ, ਕਿਰਾਨੇ ਦੀ ਦੁਕਾਨਾਂ ਖੁੱਲ ਚੁੱਕੀਆਂ ਨੇ ਨਸ਼ੇ ਦੀਆਂ, ਇਹ ਕਹਿ ਦੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਉਹਨਾਂ ਨੇ ਇਸ ਬਾਰੇ ਸਰਕਾਰ ਨਾਲ ਕੀ ਗੱਲ ਕੀਤੀ, ਸਰਕਾਰ ਨੂੰ ਕੀ ਇਨਪੁਟ ਦਿੱਤੀ, ਤੇ ਸਰਕਾਰ ਨੇ ਉਸ ਉੱਤੇ ਐਕਸ਼ਨ ਕਿਉਂ ਨਹੀਂ ਲਿਆ, ਫਿਰ ਉਸ ਦੇ ਉੱਤੇ ਗੱਲਬਾਤ ਕਰਨ ਤੋਂ ਮਜ਼ਾ ਵੀ ਆਵੇ। ਫਿਰ ਪਤਾ ਲੱਗੇ ਵੀ ਭਗਵੰਤ ਮਾਨ ਸਰਕਾਰ ਕੰਮ ਨਹੀਂ ਕਰਨਾ ਚਾਹ ਰਹੀ ਆ, ਆਮ ਆਦਮੀ ਪਾਰਟੀ ਸਰਕਾਰ ਕੰਮ ਨਹੀਂ ਕਰਨਾ ਚਾਹ ਰਹੀ, ਫਿਰ ਤਾਂ ਵੈਲਿਡ ਬਣੀ ਜਾਏਗੀ ਵਾਲੀ ਗੱਲ। ਕਿਉਂਕਿ ਗੱਲ ਠੀਕ ਹੈ ਕਿ ਉਹ ਕੋਈ ਬੁੱਤ ਵੀ ਨਹੀਂ ਹੈਗੇ ਵੀ ਗਵਰਨਰ ਆਫਿਸ ਦੇ ਵਿੱਚ ਬੈਠੇ ਰਹਿਣ, ਸਭ ਕੁਝ ਹੁੰਦਾ ਦੇਖਣ, ਲੇਕਿਨ ਐਟ ਦ ਸੇਮ ਟਾਈਮ ਜਦ ਤੱਕ ਤੁਸੀਂ ਸਹੀ ਮੰਚ ਦੇ ਉੱਤੇ ਮੁੱਖ ਮੰਤਰੀ ਦੇ ਨਾਲ ਉਹ ਗੱਲਬਾਤ ਨਹੀਂ ਕੀਤੀ, ਉਹਨਾਂ ਨੂੰ ਨਹੀਂ ਸਮਝਾਇਆ ਇਸ ਮਾਮਲੇ ਦੀ ਗੰਭੀਰਤਾ, ਤੇ ਫਿਰ ਮੁੱਖ ਮੰਤਰੀ ਨੇ ਜੇ ਨਹੀਂ ਕੁਝ ਕੀਤਾ, ਫਿਰ ਤੁਹਾਡਾ ਬਣਦਾ ਵੀ ਤੁਸੀਂ ਜਾ ਕੇ ਗੱਲ ਕਰੋ। ਤੇ ਉਸ ਸਥਿਤੀ ਦੇ ਵਿੱਚ ਤੁਸੀਂ ਫਿਰ ਮੀਡੀਆ ਦੇ ਵਿੱਚ ਕਿਉਂ ਗੱਲਾਂ ਬਾਤਾਂ ਕਰ ਰਹੇ? ਸਿੱਧਾ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਐਡਰੈਸ ਕਰੋ ਜਾਂ ਰਾਸ਼ਟਰਪਤੀ ਨੂੰ ਐਡਰੈਸ ਕਰੋ, ਜਿਹਦੇ ਅੰਡਰ ਤੁਸੀਂ ਆਉਂਦੇ ਹੋ, ਤਾਂ ਕਿ ਉਹ ਸਿੱਧਾ ਜਾ ਕੇ ਫਿਰ ਪਾਰਲੀਮੈਂਟ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਗੱਲ ਕਰਨ। ਜੇ ਇਹ ਗੱਲ ਹੈਗੀ ਮੀਡੀਆ ਦੇ ਵਿੱਚ, ਤਾਂ ਇਹ ਬਿਆਨਬਾਜ਼ੀਆਂ ਕਰਨ ਦਾ ਕੋਈ ਫਾਇਦਾ ਨਹੀਂ ਨਾ। ਇਹ ਤਾਂ ਸਿਰਫ ਜਿਵੇਂ ਨੇ ਵੀ ਇੱਕ ਬਿਆਨਾਂ ਦੀ ਸਿਆਸੀ ਜੁਮਲਿਆਂ ਦੀ, ਬਿਆਨਾਂ ਦੀ ਜੁਗਾਲੀ ਹੈਗੀ ਹੈ, ਜਿਹੜੀ ਕਿ ਇਹ ਸਾਰੇ ਲੋਕ ਕਰਨ ਲੱਗੇ ਹੋਏ ਨੇ। ਜੀ, ਤਾਂ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਮੁੱਦੇ ਉੱਤੇ ਚਾਨਣ ਪਾਉਣ ਵਾਸਤੇ, ਐਡਰੈਸ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।